बिस्मिल्लाहिर्रहमानिर्रहीम। तमाम फार्मर दोस्तों को, भाइयों को यूट्यूब चैनल बिज़नेस इन्फो में खुश आमदीद कहता हूँ। मैं हूँ बिलाल नज़ीर और आप देख रहे हैं बिज़नेस इन्फो। बिज़नेस इन्फो चैनल पर नित नई वीडियोस बिज़नेस के हवाले से, फार्मिंग के हवाले से अपलोड की जाती हैं और आप तक बहुत कीमती मालूमात शेयर की जाती हैं। आज की वीडियो बहुत अहम है क्योंकि आज की वीडियो में हम एक 65 साला फार्मर से मिलने जा रहे हैं जिनका तजर्बा बहुत वसी है। उम्मीद है आपके इनके तजर्बात से मुस्तफ़ीद होंगे और बहुत सा फ़ायदा भी लेंगे। तो इनकी कहानी इन्हीं की ज़ुबानी सुनते हैं। तो नाजरीन, इनकी कहानी सुनने से पहले तमाम फार्मर भाइयों से, तमाम दोस्तों से, व्यूअर्स से रिक्वेस्ट है कि हमारे इस चैनल को जल्दी से सब्सक्राइब कर दीजिए, बेल आइकन को भी दबा दें ताकि तमाम आने वाली नित नई वीडियोस बखूबी आप तक पहुंचती रहें। तो आइए इस वीडियो को प्रॉपर शुरू करते हैं। अस्सलाम वालेकुम। वालेकुम सलाम। अंकल जी की नाम है ਤੁਹਾਡਾ? रहमतुल्ला जी। रहमतुल्ला साहब, अपना तारुफ करवाओ ज़रा, पिंड का भी और जगह का भी। सर मेरा नाम रहमतुल्ला जी। चौकपुर मेरा पिंड है सही है। ते नंबरदार भी हूँ मैं पिंड का। माशाल्लाह। हाँ जी। और ये ज़िला सियालकोट है? जी, ज़िला सियालकोट है। हडमराड़े के नज़दीक पिंड है चौकपुर। ठीक हो गया। हाँ जी जी। अच्छा जी, माशाल्लाह। ਇਹ ਦੱਸਿਓ ਕਿ ਤੁਸੀਂ ਕਿੰਨੀ ਦੇਰ ਤੋਂ ਡੰਗਰਾਂ ਦਾ ਕਾਰੋਬਾਰ ਕਰ ਰਹੇ ਹੋ, ਮੱਝਾਂ ਗਾਵਾਂ ਦਾ? ਸਰ ਕੰਮ ਜਿਹੜਾ ਨਾ ਮੱਝਾਂ ਗਾਵਾਂ ਦਾ, ਇਹ ਤੇ ਜਿਹੜੇ ਪਹਿਲੇ ਅਸੀਂ ਬਚਪਨ ਤੋਂ ਲੈ ਕੇ ਫੰਡਰਾਂ ਝੋਟੀਆਂ ਰੱਖਦੇ ਰਹੇ ਹਾਂ। ਸਹੀ ਹੈ। ਉਹਨਾਂ ਨੂੰ ਪਾਲ ਕੇ ਫਿਰ ਵੇਚਣਾ ਤੇ ਫਿਰ ਜਿਹੜਾ ਨਾ ਉਹ ਮਤਲਬ ਕਿ ਅਸੀਂ ਫਰੋਖਤ ਕਰਦੇ ਹਾਂ ਵੰਨ ਲਾ ਕੇ, ਮਤਲਬ ਸੂਣ ਵਾਲੀਆਂ ਹੁੰਦੀਆਂ ਹਨ। ਸਹੀ ਹੈ। ਹੁਣ ਸਾਨੂੰ ਮਤਲਬ ਕਿ ਕੋਈ 4-5 ਸਾਲ ਹੋ ਗਏ ਨੇ ਮੈਨੂੰ ਜਿਹੜਿਆਂ ਨੂੰ ਮੱਝਾਂ ਦਾ ਸ਼ੌਕ ਪਿਆ। ਅੱਛਾ। ਇਹ ਮੱਝਾਂ ਜਿਹੜੀਆਂ ਨੇ ਦੁੱਧ ਵਾਲੀਆਂ, ਇਹ ਕੋਈ 5 ਸਾਲ ਤੋਂ ਮੈਂ ਰੱਖਣਾ ਪਿਆ, ਰੱਖ ਰਿਹਾ। ਤੇ ਇਹ ਅੱਲਾ ਦੇ ਫਜ਼ਲ ਨਾਲ ਇਹਦੇ 'ਚ ਮਜ਼ਾ ਠੀਕ ਆਇਆ। ਤੇ ਕੰਮ ਜਿਹੜਾ ਨਾ ਇਹ ਸਹੀ ਹੈ। ਜੇ ਬੰਦਾ ਮਤਲਬ ਕਿ ਇਹਨਾਂ ਦੀ ਸੇਵਾ ਕਰੇ ਮੱਝਾਂ ਦੀ, ਸਹੀ ਹੈ, ਤਾਂ ਅੱਲਾ ਦੇ ਹੁਕਮ ਨਾਲ ਜਿਹੜਾ ਨਾ ਇਹਦੇ 'ਚ ਕਸਰ ਘਾਟਾ ਕੋਈ ਨਹੀਂ। ਸਹੀ ਹੈ। ਅੱਛਾ, ਇਸ ਕੰਮ ਦੇ ਨਾਲ ਹੋਰ ਵੀ ਕੋਈ ਕਾਰੋਬਾਰ ਕਰ ਰਹੇ ਹੋ? ਹੋਰ ਮਤਲਬ ਕਿ ਜ਼ਿਮੀਂਦਾਰ ਜਿਹੜੇ ਨਾ, ਤੁਸੀਂ ਦੱਸਿਆ ਕਿ ਪਹਿਲੇ ਫੰਡਰਾਂ ਰੱਖੀ ਦੀਆਂ ਹਨ, ਹੁਣ ਅਸੀਂ ਦੁੱਧ ਵਾਲੀ ਰੱਖੀਆਂ ਨੇ। ਇਹਨਾਂ ਦੋਵਾਂ ਦਾ ਤਰ੍ਹਾਂ ਫਰਕ ਵਾਜ਼ੇ ਕਰਿਓ ਕਿ ਉਹਦੇ ਵਿੱਚ ਉਹਦਾ ਕੀ ਹਿਸਾਬ ਕਿਤਾਬ ਸੀ ਔਰ ਇਹਦਾ ਕੀ ਹਿਸਾਬ ਕਿਤਾਬ? ਫੰਡਰਾਂ ਦਾ ਇਹ ਹਿਸਾਬ ਸੀ ਕਿ ਅਸੀਂ ਉਹਨਾਂ ਨੂੰ ਮਤਲਬ ਕਿ ਜਦੋਂ ਮਤਲਬ ਕਿ ਉਹਨਾਂ ਵੰਨ ਸਿਰੇ ਚੜ੍ਹਦੀਆਂ ਨਾ ਸਰਾਰ ਹੁੰਦੀਆਂ ਹਨ, ਹਾਂਜੀ, ਅਸੀਂ ਉਹਨਾਂ ਨੂੰ ਫਰੋਖਤ ਕਰ ਦਿੰਦੇ ਸਾਂ। ਸਹੀ ਹੈ। ਤੇ ਅਸੀਂ ਹੁਣ ਸਾਨੂੰ ਇਹ ਕਿਉਂਕਿ ਦੁੱਧ ਦਾ ਬਹੁਤੇ ਲੋਕਾਂ ਕੋਲ ਭੈਣਾਂ ਭਰਾ ਜਿਹੜੇ ਆਪਣੇ ਸੱਜਣ ਸਾਥੀ ਸਨ, ਯਾਰ ਦੋਸਤ, ਉਹ ਕਹਿੰਦੇ ਨਹੀਂ ਦੁੱਧ ਦੇ ਵਿੱਚ ਮੱਝਾਂ ਦਾ ਫਾਇਦਾ। ਸਹੀ ਹੈ। ਤੇ ਉਹ ਅਸਾਂ ਮਤਲਬ ਕਿ ਦੁੱਧ ਵਾਲੀਆਂ ਮੱਝਾਂ ਰੱਖੀਆਂ ਨੇ ਤੇ ਇਹਦੇ 'ਚ ਸਾਨੂੰ ਜਿਹੜਾ ਨਾ ਠੀਕ ਮਤਲਬ ਕਿ ਫਾਇਦਾ ਅੱਲਾ ਦੀ ਜ਼ਾਤ ਨੇ। ਪਹਿਲੇ ਵਾਲੇ ਕਾਰੋਬਾਰ ਨਾਲ ਹੁਣ ਇਹਦੇ 'ਚ ਫਾਇਦਾ ਹੈ। ਹਾਂਜੀ, ਸਹੀ ਹੋ ਗਿਆ। ਅੱਲਾਹ ਤਾਲਾ ਨੇ ਜਿਹੜਾ ਨਾ ਇਹਦੇ 'ਚ ਰੋਜ਼ੀ ਸਾਨੂੰ ਠੀਕ ਦਿੱਤੀ, ਇਸ ਵਾਸਤੇ ਕਿ ਅਸੀਂ ਇੱਕ ਤੇ ਦੁੱਧ ਸਾਫ਼ ਸੁਥਰਾ ਦੇਣਾ ਸਾਂ ਦੋਧੀਆਂ ਨੂੰ। ਸਹੀ ਹੈ। ਤੇ ਮਤਲਬ ਕਿ ਇਹਦੇ 'ਚ ਪਾਣੀ ਦੀ ਲਾਹ ਨਹੀਂ ਅਸਾਂ ਆਉਣ ਦੇਣੀ। ਜ਼ਿੰਦਾਬਾਦ, ਵੈਰੀ ਗੁੱਡ। ਤੇ ਅੱਲਾ ਦੇ ਹੁਕਮ ਨਾਲ ਨਾ ਜਿੱਦਣ ਦਾ ਅਸਾਂ ਇਹ ਕੰਮ ਸ਼ੁਰੂ ਕੀਤਾ ਨਾ ਸਾਡੀ ਮੱਝ ਦਾ ਅੱਜ ਤੱਕ ਥਣ ਖਰਾਬ ਹੋਇਆ, ਨਾ ਕੋਈ ਮੱਝ ਜ਼ਾਇਆ ਹੋਈ ਹੈ। ਸਿਰਫ ਉਹਦੇ 'ਚ ਇਹ ਹੀ ਹੈ ਕਿ ਫਾਇਦਾ ਕਿ ਅੱਲਾ ਦੇ ਹੁਕਮ ਨਾਲ ਜਿਹੜਾ ਨਾ ਅਸੀਂ ਦੁੱਧ ਸਾਫ਼ ਦਿੰਦੇ ਹਾਂ। ਨਹੀਂ, ਤੁਸੀਂ ਦੱਸਿਆ ਮਾਸ਼ਾਅੱਲਾ ਇਮਾਨਦਾਰੀ ਨਾਲ ਕੰਮ ਕੀਤਾ ਜਾਏ ਤੇ ਅੱਲਾਹ ਤਾਲਾ ਰੋਜ਼ੀ ਦਿੰਦਾ, ਤਜਰਬਾ ਤੁਹਾਡਾ ਰੋਜ਼ੀ ਦਿੰਦਾ ਜੀ। ਸਹੀ ਹੋ ਗਿਆ। ਅੱਛਾ, ਹੁਣ ਇਹ ਦੱਸਿਓ ਕਿ ਇੰਨੇ ਜਾਨਵਰਾਂ ਵਾਸਤੇ ਚਾਰਾ ਕਿੰਨਾ ਤੁਸੀਂ ਇਸਤੇਮਾਲ ਕਰਦੇ ਹੋ? ਸਬਜ਼ ਔਰ ਤੂੜੀ ਛੋੜੀ ਵੰਡਾ ਛੰਡਾ, ਉਹਦਾ ਜਰਾ ਤਰਤੀਬ ਦੱਸਿਓ। ਚਾਰਾ ਅਸੀਂ ਜਿਹੜਾ ਨਾ ਇਹ ਮਤਲਬ ਕਿ ਜਿੰਨੇ ਸਾਡਾ ਕਮਾਲ ਹੈ ਨਾ, ਜਿਹੜਾ ਅਸੀਂ ਕਮ ਸੇ ਕਮ ਆਪਣਾ ਘਰ ਦਾ ਜਿਹੜਾ ਨਾ ਚਾਰਾ ਇੱਕ ਟਰਾਲੀ ਜਿਹੜੀ ਚੰਗੀ ਉਹ ਅਸੀਂ ਲਿਆਉਂਦੇ ਹਾਂ, ਬੰਦੇ ਸਾਡੇ ਲਿਆਉਂਦੇ ਨੇ। ਤੇ ਤੂੜੀ ਜਿਹੜੀ ਨੂੰ ਅੱਗੇ ਸਾਡੇ ਘਰ ਦੀ ਉਹ ਜਿੰਨੀ ਕਿ ਸਾਨੂੰ ਜ਼ਰੂਰਤ ਪਏ ਨਾ, ਅਸੀਂ ਵਧਣ ਦੇ ਨਾਲ ਨਹੀਂ ਇਹਨੂੰ ਇਸਤੇਮਾਲ ਕੀਤਾ। ਵੀ ਘਰ ਦੇ 'ਚ ਹੋਇਆ ਸਭ ਕੁਝ ਤੇ ਉਹ ਇਹਦਾ ਵਧਣ ਨਹੀਂ ਅਸਾਂ ਹਿਸਾਬ ਨਹੀਂ ਤੁਸੀਂ ਰਜਾਉਂਦੇ ਹੋ? ਰਜਾਣਾ ਅਸਾਂ ਮਤਲਬ ਕਿ ਆਪਣੇ ਨੂੰ ਜਿਹੜਾ ਨਾ ਇਹਨਾਂ ਦੀ ਖਿਦਮਤ ਸਹੀ ਕਰਨੀ ਆ, ਜਿੰਨੇ ਜੋ ਹੈ ਵਾ ਅਸੀਂ ਜਿੰਨੀ ਕਿ ਅਸੀਂ ਕਰ ਸਕਣਾ ਖਿਦਮਤ ਉਨੀ ਕੁ ਅਸਾਂ ਸਹੀ ਕਰਨੀ ਆ। ਅੱਛਾ, ਮਾਸ਼ਾਅੱਲਾ ਤਦਾਦ ਦੱਸੋ ਤੁਹਾਡੇ ਕੋਲ ਜਾਨਵਰ ਜਾ ਪਾ ਕੇ ਛੋਟੇ ਵੱਡੇ ਸਾਰੇ ਕਿੰਨੇ ਨੇ? ਇਹ ਮੇਰੇ ਕੋਲ 50 ਜਿਹੜੇ ਨਾ 50 ਕੁ ਬਣੀ ਜਾਂਦੇ ਨੇ। 50 ਮਾਸ਼ਾਅੱਲਾ ਬਣ ਜਾਂਦੇ। ਇਹਨਾਂ 'ਚ ਲਹਿਰੀਆਂ ਕਿੰਨੀਆਂ ਨੇ? ਲਹਿਰੀਆਂ ਇਸ ਵੇਲੇ ਜਿਹੜੀਆਂ ਨਾ ਮੇਰੇ ਹਾਲੇ ਹੋਣਗੀਆਂ 15-18 ਲਹਿਰੀਆਂ ਨੇ। ਬਾਕੀਆਂ ਜਿਹੜੀਆਂ ਨਾ ਕੋਈ ਬੱਚੇ ਨੇ ਪਿੱਛੇ ਰੱਖੇ, ਬੱਚੇ ਨੇ ਇਹਨਾਂ ਦੇ 18-20 ਤੇ 26 ਕਮਈਆਂ ਨੇ, 27 ਤੇ 3 ਗਾਈਆਂ ਨੇ। ਸਹੀ ਹੋ ਗਿਆ। 26 ਮਈਆਂ ਜੋ 18 ਕਲੈਰੀਆਂ ਨੇ। ਹਾਂ, ਨਹੀਂ ਇਹਦੇ 'ਚ 15-16 ਲਹਿਰੀਆਂ ਨੇ। ਸਹੀ ਹੋ ਗਿਆ। ਹਾਂਜੀ, ਇਸ ਵਕਤ ਜਿਹੜੀਆਂ 15। ਠੀਕ ਹੋ ਗਿਆ। ਅੱਛਾ, ਇਹ ਦੱਸਿਓ ਕਿ ਇਹਨਾਂ ਦੇ ਸਾਰੇ ਡੰਗਰਾਂ ਦਾ ਤੁਸੀਂ ਦੱਸਿਆ ਲਗਭਗ 50 ਨੇ ਤੁਹਾਡੇ ਕੋਲ ਜੀ। ਕਿੰਨਾ ਕੁ ਖਰਚਾ ਤੁਹਾਡਾ ਡੇਲੀ ਬੇਸ ਤੇ ਆ ਰਿਹਾ? ਡੇਲੀ ਸਾਡਾ ਖਰਚਾ ਜਿਹੜਾ ਨਾ ਇਹ ਕਮ ਸੇ ਕਮ ਮਤਲਬ ਕਿ
4 3-4 ਹਜ਼ਾਰ ਰੁਪਏ ਜਿਹੜਾ ਨਾ ਖਰਚਾ ਸਾਡਾ ਸਾਰਿਆਂ ਦੇ? ਹਾਂ ਸਾਰੇ ਤੇ ਸਾਰੇ ਖਰਚੇ ਪਾ ਕੇ ਵਿੱਚ? ਸਾਰੇ ਖਰਚੇ ਪਾ ਕੇ। ਅੱਛਾ 16 ਮੱਝਾਂ ਤੋਂ ਤੁਹਾਨੂੰ ਦੁੱਧ ਕਿੰਨਾ ਹਾਸਲ ਹੋ ਜਾਂਦਾ? ਦੁੱਧ ਦੇ ਕੋਲੋਂ ਸਾਡਾ ਜਿਹੜਾ ਨਾ 16 ਮੱਝਾਂ ਚੋਂ ਇੱਕ 2 ਕਮਾਣਾ ਇੱਕ ਟਾਈਮ ਦਾ ਯਾਨੀ ਸਵੇਰ ਸ਼ਾਮ 4 ਹਾਂ 4 ਮਣ ਹੋ ਜਾਂਦਾ ਸਾਡਾ। ਤੇ ਜਿਹੜੇ ਕੱਟੇ ਬੱਚੇ ਨੇ ਉਹ ਕਿੰਨੀ ਉਮਰ ਦੇ ਕਰਕੇ ਵੇਚਦੇ ਹੋ? ਕੋ ਅਸੀਂ ਮਤਲਬ ਕਿ ਜਦੋਂ ਕੰਮ 2.5-3 ਮਣ ਦਾ ਹੋਵੇ ਨਾ ਫਿਰ ਅਸਾਂ ਵੇਚਣਾ ਉਹ। ਹਾਂਜੀ ਤੁਹਾਡੇ ਕੋਲ ਅੰਕਲ ਜੀ ਮੱਝਾਂ ਕਿਹੜੀ ਨਸਲ ਦੀਆਂ ਨੇ? ਸਾਡੇ ਕੋਲ ਜੀ ਅਸੀਂ ਮਤਲਬ ਕਿ ਬੂਰੇ ਦਾ ਇਲਾਕੇ ਨੀਲੀ ਦੇ ਨੂੰ ਲਿਆਉਂਦੇ ਆ ਮੱਝਾਂ ਦਰਿਆ ਦਾ ਇਲਾਕਾ ਹੁੰਦਾ ਇੱਕ, ਠੀਕ ਅਸੀਂ ਉਸ ਇਲਾਕੇ ਨੂੰ ਲੁੱਡਣ ਵਾਲੇ ਪਾਸੋਂ ਆਪੀ ਜਾ ਕੇ ਲਿਆਉਂਦੇ ਆਪੀ ਜਾ ਕੇ ਉਹਦੇ ਲਿਆਉਂਦੇ ਆ ਤੇ ਮੰਡੀਆਂ 'ਚੋਂ ਅਸੀਂ ਮੈਂ ਹੀ ਨਹੀਂ ਲੈਂਦੇ। ਮਤਲਬ ਕਿ ਤੁਹਾਨੂੰ ਝੋਟਾ ਆਪਣਾ ਰੱਖਿਆ ਉੱਥੋਂ ਦਾ ਜਾਂ ਇੱਥੋਂ ਦਾ ਕੋਈ ਝੋਟਾ? ਝੋਟਾ ਆਪਣਾ ਅਸਾਂ ਜਿਹੜਾ ਨਾ ਇਹਨਾਂ ਹੀ ਮੱਝਾਂ ਦਾ ਝੋਟਾ ਹਾਂ ਪਾਲਿਆ ਪੂਰਾ। ਨਸਲ ਪਿਓਰ ਹੋ ਗਈ? ਨਸਲ ਸਾਡੀ ਪਿਓਰ ਹੋ ਗਈ। ਕੱਟੀਆਂ ਜਿਹੜੀਆਂ ਨਾ ਉਹ ਮਤਲਬ ਕੱਚੀਆਂ ਨੇ। ਕੱਟੀਆਂ ਰੱਖਦੇ ਹੋ ਕਿ ਵੇਚਦੇ ਹੋ? ਨਹੀਂ ਅਸੀਂ ਰੱਖਨੇ ਕੱਟੀਆਂ ਜਿਹੜੀ ਅਗਰ ਕੋਈ ਕਿਸੇ ਬੰਦੇ ਲੈਣੀ ਹੋਏ ਤੇ? ਨਹੀਂ ਅਸੀਂ ਦਿੰਦੇ ਨਹੀਂ ਕੱਟੀਆਂ ਜਿਹੜੀਆਂ ਨਾ ਕੱਟੀਆਂ ਨਹੀਂ ਆਪਣੀਆਂ ਕੱਟੀਆਂ ਨਹੀਂ ਸਿਰਫ ਝੋਟੇ? ਝੋਟੇ ਦਿੰਦੇ ਆ। ਜ਼ਬਰਦਸਤ। ਤੇ ਮੱਝਾਂ ਵੇਚਦੇ ਹੋ? ਮੱਝਾਂ ਅਸੀਂ ਹੁਣ ਮਤਲਬ ਕਿ ਜਿਹੜੇ ਦੂਸਰੇ ਤੀਸਰੇ ਸੂ ਹੋ ਗਈ ਨਾ ਹਾਂ। ਉਹ ਅਸੀਂ ਦੇ ਦਿੰਦੇ ਆ। ਅੱਛਾ ਇਹ ਦੱਸੋ ਕਿ ਮੱਝਾਂ ਕਿੰਨੇ ਸੂਏ ਤੱਕ ਦੁੱਧ ਸਹੀ ਦਿੰਦੀਆਂ ਰਹਿੰਦੀਆਂ ਨੇ? ਉਹ ਦੁਨੀਆ ਕਿਉਂ ਜਾ ਕੇ ਬੁੱਢੀਆਂ ਹੁੰਦੀਆਂ? ਮਾਲਕ ਦੇ ਜਿਹੜੀ ਨਾ ਮਾਲਕ ਤੇ ਡਿਪੈਂਡ ਹੈ। ਹੂੰ ਮਾਲ ਨਹੀਂ ਕਦੇ ਬੁੱਢਾ ਹੋਇਆ। ਹੂੰ ਜਦੋਂ ਬੁੱਢਾ ਹੁੰਦਾ ਮਾਲਕ ਬੁੱਢਾ ਹੁੰਦਾ, ਹੂੰ। ਮਾਲ ਨਹੀਂ ਕਦੇ ਬੁੱਢਾ ਹੋਇਆ। ਅੱਛਾ ਅੰਕਲ ਜੀ ਇਹ ਦੱਸੋ ਕਿ ਇੰਨੀਆਂ ਤੁਸੀਂ ਖੁਰਲੀਆਂ ਬਣਾਈਆਂ ਨੇ, ਜੀ। ਕਿੰਨੀ ਲੰਬਾਈ ਦੀਆਂ ਨੇ ਤੇ ਇੱਕ ਖੁਰਲੀ ਤੇ ਕਿੰਨੇ ਜਾਨਵਰ ਬੰਨੇ ਜਾ ਸਕਦੇ ਨੇ? ਕੁਰਲੀਆਂ ਜਿਹੜੀਆਂ ਨਾ ਇਹ ਮਤਲਬ ਹੈ ਕਿ ਕੋਈ 50-50 ਮਤਲਬ ਹੈ ਕਿ ਫੁੱਟ ਵੀ ਹੈ ਵੇ। ਹੂੰ ਇਹਦੇ ਚ 10 ਆ ਕੋਈ 10 ਡੰਗਰ ਇੱਕ ਖੁਰਲੀ ਤੇ ਅਸੀਂ ਬੰਨ੍ਹਦੇ ਆ ਇੱਕ ਸਾਈਡ ਨੂੰ? ਇੱਕ ਸਾਈਡ ਨੂੰ। ਡਬਲ ਸਾਈਡ ਦੀ ਜਿਹੜੀ ਨੂੰ ਅਸਾਂ ਨਹੀਂ ਬਣਾਈਆਂ, ਆ ਡਬਲ ਸਾਈਡ ਬਣਾਈ ਹੈ ਜਿਹੜੀ ਇਹਦੇ ਤੇ ਬੰਨ੍ਹਿਆ। ਇਹ ਕੋਈ 20 ਡੰਗਰ ਇਹਦੇ ਤੇ ਆ ਸਕਦੇ ਨੇ। ਜਿਹੜਾ ਮਤਲਬ ਹੈ ਕਿ 14 7 ਇੱਕ ਪਾਸੇ ਆ 10 ਇੱਕ ਪਾਸੇ 10 ਇੱਕ ਪਾਸੇ। ਇਹ ਤੁਹਾਡੇ ਖਿਆਲ ਚ ਡਬਲ ਸਾਈਡ ਵਾਲੀ ਠੀਕ ਰਹਿੰਦੀ ਜਾਂ ਸਿੰਗਲ ਸਾਈਡ ਵਾਲੀ? ਸਿੰਗਲ ਤਾਂ ਰਹਿੰਦੀ ਤੇ ਸਿੰਗਲ ਵਾਲੀ ਸਹੀ ਹੈ। ਹੂੰ ਡਬਲ ਵਾਲੀ ਨੂੰ ਚਾਰਾ ਨਹੀਂ ਨਾ ਪੂਰਾ ਮਿਲ ਸਕਦਾ। ਸਿੰਗਲ ਜਿਹੜੀ ਹੈ ਨਾ ਠੀਕ। ਉਹਦੇ ਤੇ ਚਾਰਾ ਇਹਨਾਂ ਦਾ ਜਿਹੜਾ ਨਾ ਪੂਰਾ ਹੋ ਜਾਂਦਾ ਹੈ। ਹਾਂਜੀ ਜਿਹੜਾ ਤੁਸੀਂ ਪਹਿਲੇ ਹਿਸਾਬ ਦੱਸਿਆ ਸੀ 50 ਫੁੱਟ ਦੀ ਖੁਰਲੀ ਤੇ 10 ਜਾਨਵਰ ਤੇ ਯਾਨੀ 5 ਫੁੱਟ ਇੱਕ ਜਾਨਵਰ? ਨਹੀਂ 5 ਤੋਂ 6 ਫੁੱਟ ਇਹਨਾਂ ਕੀ ਵਕਫੇ ਬੜਾ ਕਾਫੀ ਹੈ। ਉਂਝ ਇੱਕ ਜਾਨਵਰ ਨੂੰ ਰੱਖਣ ਵਾਸਤੇ ਜਗ੍ਹਾ ਕਿੰਨੀ ਚਾਹੀਦੀ ਹੈ ਅੰਦਰ ਬਾਹਰ ਦੇ ਹਿਸਾਬ ਨਾਲ? ਮਤਲਬ ਕਿ 10 ਜਾਨਵਰ ਹੋਣ ਤੇ ਇੰਨੀ ਜਗ੍ਹਾ ਹੋਏ, ਜਿਹ ਚ ਢਾਰਾ ਇੰਨੇ ਚ ਹੋਏ ਔਰ ਸੇਨ ਇੰਨੇ ਚ ਹੋਏ, ਉਹ ਕੋਈ ਹਿਸਾਬ ਹੈ? ਆਹ ਨਹੀਂ ਉਹਦੇ ਚ ਮਤਲਬ ਸੇਨ ਦਾ ਜਿਹੜਾ ਨਾ 10 ਤੇ ਇਹ ਆਪਣਾ 10 ਜਾਨਵਰਾਂ ਵਾਸਤੇ ਨਾ ਇੱਕ ਸਾਈਡ ਰੱਖਣਾ ਹੋਵੇ ਨਾ ਉਹਦੇ ਚ ਮਤਲਬ ਕਿ 50 10 ਤੇ ਸਾਰਾ 50 ਫੁੱਟ ਜਿਹੜਾ ਨਾ ਉਹ ਮਤਲਬ ਕਿ ਬਰਾਂਡਾ ਹੋਵੇ ਨਾ। ਠੀਕ ਹੈ। ਉਹਦੇ ਡਬਲ ਵੀ ਹੁਣ ਸਾਡਾ ਜਿਹੜਾ ਨਾ ਇਹ ਮਤਲਬ 100 ਫੁੱਟ ਦਾ ਬਰਾਂਡਾ ਜਾਂ 200 ਫੁੱਟ ਦਾ। ਇਹਦੇ ਚ ਖੁੱਲੇ ਮਾਲ ਜਿਹੜਾ ਨਾ ਮਤਲਬ ਕਿ ਦੁਆਲੀ ਬੱਧਾ ਹੁੰਦਾ, ਠੀਕ ਹੈ। ਉਹ ਚੜਾਈ ਚ ਵਧਾ ਲਈਦਾ ਨਾ। ਠੀਕ ਹੈ। ਹਾਂ ਚੜਾਈ ਚ ਮਤਲਬ ਕਿ 20-25 ਫੁੱਟ ਚੜਾਈ ਚ 22 ਫੁੱਟ ਹੋ ਜੇ ਠੀਕ ਤੇ ਉਹਦੇ ਚ ਡਬਲ ਜਿਹੜਾ ਨਾ ਉਹ ਜੇ ਤੇ 20 ਡੰਗਰ ਵੱਜਦੇ ਤੇ 40 ਡੰਗਰ ਬੰਨ ਲਈਦੇ ਨੇ। ਠੀਕ ਹੈ। ਯਾਨੀ ਤੁਹਾਡੇ ਕਹਿਣ ਦਾ ਮਤਲਬ ਕਿ 50 ਫੁੱਟ ਲੰਬਾ ਹੋਏ ਤੇ ਉਹਦੇ ਚ 20 ਡੰਗਰ ਆ ਜਾਂਦੇ ਨੇ। 20 ਡੰਗਰ ਆ ਜਾਣ ਔਰ ਅੰਦਰੋਂ ਕਿੰਨਾ ਚੌੜਾ ਹੋਏ? ਅੰਦਰੋਂ ਮਤਲਬ ਕਮ ਸੇ ਕਮ 20 ਤੋਂ 22 ਫੁੱਟ ਹੋਣਾ ਚਾਹੀਦਾ। ਯਾਨੀ 22 ਬਾਈ 50 ਦਾ ਬਰਾਂਡਾ ਹੈ ਤੇ 10 10 ਡੰਗਰ? ਜੀ 10 10 ਡੰਗਰ ਦਾ ਅੰਦਰ ਲੱਗ ਜਾਂਦੇ। ਜ਼ਬਰਦਸਤ। ਹਾਂਜੀ ਬਾਹਰ ਜਿਹੜੀ ਜਗ੍ਹਾ ਹੈ ਇਹ ਕੱਚੀ ਹੋਣੀ ਚਾਹੀਦੀ ਕਿ ਪੱਕੀ? ਜਿਹੜਾ ਨਾ ਮਤਲਬ ਕਿ ਹੁਣ ਕੁਛ ਇਹ ਮਾਲ ਵਾਸਤੇ ਪੱਕੀ ਵੀ ਚਾਹੀਦੀ ਹੈ, ਬਾਰਿਸ਼ ਬਰਸਾਤ ਦੇ ਵਿੱਚ ਪੱਕੀ ਜਗ੍ਹਾ ਵੀ ਹੋਣੀ ਚਾਹੀਦੀ ਹੈ। ਕੱਚੀ ਜਿਹੜੀ ਨਾ ਫਾਇਦੇਮੰਦ ਤੇ ਹੈ ਵੇ। ਬਾਕੀ ਉਹਦੇ ਤੇ ਪਿੱਛੇ ਉਹ ਵਾੜਾ ਬਣਾਇਆ ਅਸਾਂ, ਜਦੋਂ ਕੱਚੀ ਅਸਾਂ ਘਿਖਣਾ ਡੰਗਰ ਉੱਥੇ ਕੱਢ ਛੱਡਣੇ ਨੇ ਪਿੱਛੇ ਅਲੱਗਾ ਬਣਾਇਆ। ਠੀਕ ਹੈ। ਹਾਂਜੀ ਮੱਝਾਂ ਵਾਸਤੇ ਚਾਰਾ ਕਿਹੜਾ ਠੀਕ ਰਹਿੰਦਾ ਹੈ? ਚਾਰਾ ਮੱਝਾਂ ਵਾਸਤੇ ਜਿਹੜਾ ਨਾ ਇਹ ਤੇ ਸਟਾਲਾ ਮਕਈ ਚਰੀ ਜਿਹੜੀ ਇਹ ਠੀਕ ਹੈ। ਹੋਰ ਇਹਨੂੰ ਚਾਰਾ ਹੋਰ ਕਿਹੜਾ ਪਾ ਸਕਦੇ ਅਸੀਂ? ਜ਼ਿਮੀਂਦਾਰਾਂ ਦਾ ਚਾਰਾ ਇਹੋ ਹੀ ਹੈ ਜ਼ਿਆਦਾਤਰ। ਮਕਈ ਚਰੀ ਸਾਈਲੇਜ ਯੂਜ਼ ਕਰਦੇ ਹੋ? ਸਾਰੇ ਜਸਾਂ ਤਰੀ ਜੇ ਕੀਤਾ ਤੁਹਾਡਾ ਤਜਰਬਾ ਨਹੀਂ ਹੈ? ਸਾਡਾ ਤਜਰਬਾ ਨਹੀਂ ਉਸ ਬਾਰੇ ਸਾਨੂੰ ਮਤਲਬ ਕਿ ਅੱਲਾਹ ਤਾਲਾ ਦੀ ਰਹਿਮਤ ਦੇ ਪੱਠੇ ਸਾਡੇ ਕੋਲ ਜਿਹੜੇ ਨਾ ਠੀਕ ਹੈ। ਇਹ ਚਾਰਾ ਬਹੁਤ ਜ਼ਿਆਦਾ ਆਪਣਾ ਕਰਦਾ ਹੁੰਦਾ। ਨੌਜਵਾਨਾਂ ਨੂੰ ਤੁਸੀਂ ਕੀ ਪੈਗਾਮ ਦਵੋਗੇ ਕਿ ਇਹ ਕੰਮ ਉਹਨਾਂ ਨੂੰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਨਫਾ ਬਖਸ਼ ਕੰਮ ਹੈ ਜਾਂ ਨੁਕਸਾਨਦੇਹ? ਨਹੀਂ ਇਹਦੇ ਚ ਜੇ ਨੀਅਤ ਨਾ ਕਰਨ ਤੇ ਫਿਰ ਤੇ ਇਹ ਨਫੇਵੰਦ ਹੈ। ਤੇ ਜੇ ਬਦਨੀਤੀਆਂ ਹੋ ਕੇ ਕਰਨਾ ਮਤਲਬ ਮਾਲ ਰੱਖਣਾ, ਉਹਨਾਂ ਦੀ ਤਵੱਜੋ ਨਹੀਂ ਕਰਨੀ, ਉਹਨਾਂ ਦੀ ਕੇਅਰ ਨਹੀਂ ਕਰਨੀ, ਖਿਆਲ ਨਹੀਂ ਕਰਨਾ ਤੇ ਫਿਰ ਉਹ ਨੁਕਸਾਨਦੇਹ ਹੀ ਹੈ। ਤੁਹਾਨੂੰ ਦੱਸਿਆ ਨਾ ਕਿ ਹੁਣ ਮਤਲਬ ਕਿ ਮੈਨੂੰ 5 ਸਾਲ ਹੋ ਗਏ ਨੇ ਮੱਝਾਂ ਲਿਆ। ਅੱਲਾਹ ਦੇ ਫਜ਼ਲ ਨਾਲ ਇਹਨਾਂ ਦਾ ਇੱਕ ਥਣ ਤੱਕ ਵੀ ਮਤਲਬ ਕਿ ਨਹੀਂ ਇਹਨਾਂ ਨੂੰ ਖਰਾਬੀ ਹੋਈ। ਕਿਹੜੀਆਂ ਕਿਹੜੀਆਂ ਹਥਿਆਤਾਂ ਰੱਖਦੇ ਹੋ ਕਿ ਮਸਲਾ ਖਰਾਬ ਨਹੀਂ ਹੁੰਦਾ ਜਾਨਵਰ? ਮਸਲਾ ਇੱਕ ਤੇ ਇਹਦੀ ਸਫਾਈ ਰੱਖਣੀ ਸੀ ਠੀਕ ਹੈ। ਥੱਲੇ ਫਰਸ਼ ਦੀ ਮਤਲਬ ਕਿ ਡੰਗਰਾਂ ਦੇ ਥੱਲੇ ਸਫਾਈ ਰੱਖਣੀ। ਦੂਸਰਾ ਇਹਨਾਂ ਨੂੰ ਜਿਹੜਾ ਨਾ ਹਰ ਮਤਲਬ ਕਿ ਤੀਜੇ ਚੌਥੇ ਦਿਨ
ਮਿਰਚ ਮਸਾਲਾ ਜਿਹੜਾ ਨਾ ਇਹ ਅਸੀਂ ਮਤਲਬ ਕਿ ਇਹਨਾਂ ਨੂੰ ਦਿੰਦੇ ਰਹਿੰਦੇ ਹਾਂ। ਮਿਰਚ ਮਸਾਲੇ ਚ ਕੀ ਮਿਰਚ ਮਸਾਲੇ 'ਚ ਅਸੀਂ ਪਿਆਜ਼ ਹੋ ਗਿਆ, ਮਤਲਬ ਅਦਰਕ ਹੋ ਗਿਆ, ਹਰੀਆਂ ਮਿਰਚਾਂ ਹੋ ਗਈਆਂ, ਇਹ ਸਾਰੀਆਂ ਚੀਜ਼ਾਂ ਜਿਹੜੇ ਨਾ ਇਹ ਦਿੰਦੇ ਰਹਿੰਦੇ ਹਾਂ। ਹਾਲਾਂ 'ਚ ਵੰਡਾ ਵੀ ਅਸੀਂ ਡੇਲੀ ਪਾਉਂਦੇ ਹਾਂ। ਠੀਕ ਹੈ। ਵੰਡਾ ਆਪ ਹੀ ਪਾਉਂਦੇ ਹੋ ਜਾਂ ਮੁਲਾਜ਼ਮਾਂ ਕੋਲ ਚਲਵਾਉਂਦੇ ਹੋ? ਮੈਂ ਕੋਲ ਖਲੋ ਕੇ ਵੰਡਾ ਪਾਉਂਦਾ। ਕੋਲ ਖਲੋ ਕੇ? ਬਿਲਕੁਲ ਹਾਂ। ਠੀਕ ਹੈ। ਤੁਸੀਂ ਥੋੜੀ ਦੇਰ ਪਹਿਲੇ ਕਹਿ ਰਹੇ ਹੋ ਕਿ ਇਹਨਾਂ ਦੇ ਕੰਮ 'ਚ ਮੁਲਾਜ਼ਮਾਂ ਦਾ ਬੜਾ ਮਸਲਾ ਹੈ। ਮੁਲਾਜ਼ਮਾਂ ਦਾ ਮੁਲਾਜ਼ਮਾਂ ਨੂੰ ਕਿਸ ਤਰ੍ਹਾਂ ਡੀਲ ਕੀਤਾ ਜਾਏ, ਕੋਈ ਨਾਂ ਦੱਸਣ? ਮੁਲਾਜ਼ਮਾਂ ਨੂੰ ਖਰਚਾ ਤਾਂ ਤੁਹਾਨੂੰ ਪਤਾ ਹੈ, ਫਿਰ ਇਹਨਾਂ ਦਾ ਪੂਰਾ ਦੇਣਾ ਪੈਂਦਾ। ਠੀਕ ਹੈ। ਜਦੋਂ ਅਸੀਂ ਖਰਚਾ ਨਹੀਂ ਪੂਰਾ ਦੇਤੇ ਥੋੜਾ ਵੀ ਗਰੀਬਾਂ ਦਾ ਸਿਰਾ ਆਖਰ ਉਹਨਾਂ ਦੇ ਨਾਲ ਵੀ ਪੇਟ ਲੱਗਾ। ਬਿਲਕੁਲ। ਹਾਂ, ਤੇ ਹਰ ਕੰਮ ਜਿਹੜਾ ਨਾ ਉਹਦੇ 'ਚ ਥੋੜਾ ਜਿਹਾ ਮਤਲਬ ਕਿ ਤੇ ਆਦਤ ਦੇਣੀ ਕਰਨੀ ਪੈਂਦੀ ਹੈ ਨਾ। ਹਾਂ, ਜੇ ਤੇ ਨਾ ਮਤਲਬ ਕਿ ਕਰਾਂਗੇ ਮੁਲਾਜ਼ਮ ਨਾਲ ਤਾਮਨ ਨਾਲ ਅਸੀਂ ਕਰਾਂਗੇ ਤੇ ਉਹਨੇ ਨਸਣਾ ਹੀ ਨਸਣਾ, ਹੋਰ ਕੀ ਕਰਨਾ ਉਹਨੇ। ਅੱਛਾ, ਤੁਸੀਂ ਦੁੱਧ ਦੀ ਗੱਲ ਕਰ ਰਹੇ ਸੋ, ਜੀ ਦੁੱਧ ਕਿੰਨਾ ਦੱਸਿਆ ਤੁਸੀਂ ਕਿ ਇਸ ਵਕਤ ਜਿਹੜਾ ਮੌਜੂਦਾ ਇਹ ਕੋਈ 16 ਕੁ ਸੂਈਆਂ ਨੇ ਮੱਝਾਂ ਜੀ ਤੇ ਦੁੱਧ 2 ਤੋਂ ਸਵਾ 2 ਮਣ ਇੱਕ ਟਾਈਮ ਦਾ ਹੁੰਦਾ। ਦੁੱਧ ਕਿੱਥੇ ਵੇਚਦੇ ਤੁਸੀਂ? ਅਸੀਂ ਸਾਡਾ ਦੁੱਧ ਹੀ ਤੇ ਇੱਥੋਂ ਹੀ ਲੈ ਜਾਂਦਾ। ਅੱਛਾ, ਦੁੱਧ ਹੀ ਨਹੀਂ ਦੇ ਰਹੇ ਹੋ? ਦੁੱਧ ਹੀ ਲੈ ਕਿਸ ਜਾਂਦਾ। ਤਰ੍ਹਾਂ ਦਾ ਰੇਟ ਦੇ ਰਹੇ ਹੋ ਤੁਸੀਂ? ਅਸੀਂ 85 ਰੁਪਏ ਰੇਟ ਦੇ ਰਹੇ ਹਾਂ। 85 ਰੁਪਏ ਥੋੜਾ ਨਹੀਂ ਅਗਰ ਵੇਖਿਆ ਜਾਏ ਉਹ 85 ਰੁਪਏ ਥੋੜਾ, ਪਰ ਹੁਣ ਨਹੀਂ, ਇੱਥੇ ਸਾਡੇ ਦੂਰ ਹੈ ਥੋੜਾ ਜਿਹਾ ਸ਼ਹਿਰ ਤੋਂ, ਅੱਛਾ, ਆਪ ਹੀ ਅਸੀਂ ਮਤਲਬ ਕਿ ਨਹੀਂ ਖਰਚ ਖਾਲਸ ਦੁੱਧ ਹੀ 85 ਰੁਪਏ 85 ਰੁਪਏ ਅਸੀਂ ਖਾ ਲਵਾਂਗੇ। ਪਿੰਡ ਦੇ ਵਿੱਚ ਨਹੀਂ ਲੋਕ ਲੈਂਦੇ? ਪਿੰਡ ਦੇ ਵਿੱਚ ਜਿਹੜਾ ਨਾ ਉਹ ਇੰਨਾ ਪੂਰਾ ਹੈ ਮਤਲਬ ਕਿ ਨਹੀਂ ਉਹ ਖਰਾਬ ਹੋ ਜਾਂਦਾ। ਉਹ ਨਹੀਂ ਨਾ ਲੈਂਦੇ ਫਿਰ ਉਹਨਾਂ। ਸਹੀ ਵਿਕਦਾ ਨਹੀਂ। ਨੈਟ ਜਿਹੜਾ ਚੱਲਦਾ ਹੈ ਤੇ ਅਗਰ ਕੋਈ ਦੁੱਧ ਵਧਾਉਣ ਦਾ ਕੋਈ ਨੁਸਖਾ ਹੈ ਜੋ ਜਾਨਵਰ ਦੁੱਧ ਘਟਾਉਂਦਾ ਤੇ? ਦੁੱਧ ਵਧਾਉਣ ਦਾ ਨੁਕਸਾ ਇਹ ਹੀ ਹੈ ਕਿ ਉਹਨਾਂ ਨਾਲ ਪੱਠਿਆਂ ਦੀ ਤਵੱਜੋ ਕਰੋ, ਵੰਡੇ ਦੀ ਤਵੱਜੋ ਕਰੋ। ਵੰਡਾ ਜਿਹੜਾ ਨਾ ਉਹਨੂੰ ਸਹੀ ਠੀਕ ਮਿਲਣਾ ਚਾਹੀਦਾ। ਦੂਸਰਾ ਮਿਰਚ ਮਸਾਲੇ ਦੀ ਜਿਹੜੀ ਮੈਂ ਗੱਲ ਕੀਤੀ ਹੈ ਨਾ, ਇਹਦੇ ਵੱਲ ਧਿਆਨ ਦਿਓ ਕਿ ਹੁਣ ਇੱਕ ਡੰਗਰ ਮਤਲਬ ਕਿ ਬਿਮਾਰ ਹੋ ਗਿਆ, ਉਹਦੇ ਨਾਲ ਮਾਲਕ ਤਵੱਜੋ ਹੀ ਨਹੀਂ ਕਰਦਾ। ਜਦੋਂ ਮਾਲਕ ਤਵੱਜੋ ਕਰੇਗਾ ਤਾਂ ਸਹੀ ਹੋਵੇਗਾ ਨਾ, ਜੇ ਉਹ ਤਵੱਜੋ ਨਹੀਂ ਕਰਦੇ ਤੁਸੀਂ ਤੇ ਉਹ ਸਹੀ ਨਹੀਂ ਹੋ ਸਕਦਾ। ਅੱਛਾ, ਤੁਸੀਂ ਇਹ ਮੁਲਾਜ਼ਮਾਂ ਦੇ ਤੁਹਾਨੂੰ ਮਸਾਇਲ ਦੱਸੇ ਨੇ, ਐਨੇ ਡੰਗਰਾਂ ਵਾਸਤੇ ਕਿੰਨੇ ਮੁਲਾਜ਼ਮ ਰੱਖੇ ਤੁਸੀਂ? ਅਸੀਂ ਇਹਨਾਂ ਵਾਸਤੇ 3 ਮੁਲਾਜ਼ਮ ਨੇ। 3 ਮੁਲਾਜ਼ਮ ਕਿਹੜੀ ਜਗ੍ਹਾ ਤੋਂ ਆਏ ਨੇ? ਇਹ ਬੂਰੇ ਮੰਡੀਆਂ ਆਏ ਨਾ। ਬੂਰੇ ਮੰਡੀ ਆਏ ਨੇ ਤੇ ਉਹਨਾਂ ਦੀ ਫੈਮਿਲੀ ਸਾਰੀ ਇੱਥੇ ਰਹਿੰਦੀ, ਤੁਸੀਂ ਰਿਹਾਇਸ਼ ਉਹਨਾਂ ਦੀ ਦਿੱਤੀ ਹੈ? ਫੈਮਿਲੀ ਹੈ। ਇਸ ਤੋਂ ਇਲਾਵਾ ਇਸ ਕਾਰੋਬਾਰ 'ਚ ਕਿਹੜਾ ਮਸਲਾ ਹੈ? ਇਹਦੇ 'ਚ ਸਭ ਤੋਂ ਮੇਨ ਮਸਲਾ ਜਿਹੜਾ ਨਾ ਇਹ ਮੁਲਾਜ਼ਮ ਦਾ ਹੀ ਹੈ। ਅੱਛਾ, ਵਾਹ, ਬਾਕੀ ਦੁੱਧ ਵੀ ਵਿਕ ਜਾਂਦਾ ਹੈ, ਪੱਠੇ ਵੀ ਲੱਗ ਬਹੁਤ ਜਾਂਦੇ ਹੀ ਨੇ, ਬਿਮਾਰ ਜਾਨਵਰ ਹੋਣੋਂ ਵੀ ਹੱਲ ਆਲਾ ਦੇ ਫਜ਼ਲ ਨਾਲ ਹੋ ਜਾਂਦਾ, ਕੋਈ ਗੱਲ ਨਹੀਂ। ਚਲੋ ਜੀ, ਕੋਈ ਐਸੀ ਗੌਰ ਦੀ ਸਾਨੂੰ ਗੱਲ ਦੱਸੋ, ਜਿਹੜੇ ਬੰਦੇ ਡੰਗਰ ਰੱਖਣਾ ਚਾਹੁੰਦੇ ਨੇ, ਨੌਜਵਾਨ ਸਾਡੇ ਤੁਹਾਡਾ ਇੰਟਰਵਿਊ ਸੁਣ ਰਹੇ ਨੇ, ਤੁਹਾਡੀ ਗੱਲ ਸੁਣ ਰਹੇ ਜੀ ਨੇ, ਜੀ। ਉਹਨਾਂ ਨੂੰ ਕੋਈ ਮਸ਼ਵਰਾ ਐਸਾ ਦੇਵੋ ਕਿ ਉਹਨਾਂ ਦੇ ਕੰਮ ਆਏ। ਮਸ਼ਵਰਾ ਤਾਂ ਅਸੀਂ ਇਹੀ ਦੇ ਸਕਦੇ ਹਾਂ ਕਿ ਜਿਸ ਭਰਾ ਨੇ ਵੀ ਇਹ ਕਰਨਾ ਨਾ ਕੰਮ, ਜੀ ਉਹ ਮਤਲਬ ਹੈ ਕਿ ਆਪਣਾ ਇੰਨਾ ਕੁ ਧਿਆਨ ਜ਼ਰੂਰ ਦੇ, ਮਤਲਬ ਕਿ ਆਪਣੇ ਮਾਲ ਵੱਲ ਵੀ ਜਿਹੜਾ ਨਾ ਮਾਲ ਭੁੱਖਾ ਨਹੀਂ ਰਹਿਣਾ ਚਾਹੀਦਾ। ਸਹੀ, ਇਹ ਤੁਹਾਡੇ ਸਾਹਮਣੇ ਸਾਡੇ ਮੱਝਾਂ ਨੇ, ਇਹ ਮਤਲਬ ਕਿ ਇੱਕ ਤੋਂ ਇੱਕ ਰਾਜ਼ੀ ਨੇ। ਬਿਲਕੁਲ ਸਹੀ ਹੈ। ਤੇ ਹੁਣ ਹਾਲ ਇਹ ਹੀ ਹੈ ਕਿ ਮੈਂ ਹਾਲਾਂ ਜੇ ਮਤਲਬ ਕਿ ਮੇਰੀ 65 ਸਾਲ ਉਮਰ ਹੈ ਮਾਸ਼ਾਅੱਲਾ। ਤੇ ਅੱਲਾ ਦੇ ਫਜ਼ਲ ਨਾਲ ਮੈਂ ਮੰਜੀ ਤੇ ਬਹਿ ਜਾਣਾ। ਬੰਦਿਆਂ ਨੇ ਕੰਮ ਜਿਹੜਾ ਨਾ ਆਪਣਾ ਮਾਲ ਨੂੰ ਜਦੋਂ ਪੱਠੇ ਪਾਣੇ ਨੇ, ਹੁਣ ਪਾਣੀ ਡਾਣਾ ਮੈਂ ਕੋਲ ਖਲੋ ਕੇ ਡਾਉਣਾ। ਆ ਮਤਲਬ ਕਿ ਡਿਊਟੀ ਮੇਰੀ ਇਹ ਹੈ ਕਿ ਮੈਂ ਕੋਲ ਖਲੋ ਕੇ ਡਾਉਣਾ। ਮੇਰੇ ਬੱਚੇ ਮਤਲਬ ਕਿ ਕਾਰੋਬਾਰ ਤੇ ਨੇ ਆਪਣੇ, ਤੇ ਮਤਲਬ ਕਿ ਬਾਹਰ ਦੇ ਮੁਲਕਾਂ 'ਚ ਨੇ, ਤੇ ਮੈਂ ਆਪਣਾ ਸ਼ੌਕ ਨਾ ਰੱਖਿਆ, ਸਿਰਫ ਸ਼ੌਕੀਆ ਤੌਰ ਤੇ। ਬੜੀ ਗੱਲ ਕਿ ਮੈਂ ਜਿਹੜਾ ਨਾ ਮੱਝਾਂ ਵਾਲਾ ਕੰਮ ਆ, ਇਹ ਸ਼ੌਕੀਆ ਤੌਰ ਤੇ ਰੱਖਿਆ। ਅੱਲਾ ਦਾ ਸ਼ੁਕਰ ਹੈ ਕਿ ਮੈਂ ਨਾਮ ਹੀ ਰੱਖਾਂ ਤਾਂ ਵੀ ਗੁਜ਼ਾਰਾ ਹੋ ਸਕਦਾ। ਸਿਰਫ ਸ਼ੌਕ ਨੇ, ਇਸ ਵਾਸਤੇ ਕਿ ਬਚਪਨ ਤੋਂ ਲੈ ਕੇ ਜੇ ਇਹ ਕਾਰੋਬਾਰ ਹੈ ਸਾਡਾ ਮਾਦਰੀ। ਸਹੀ ਹੈ। ਹੁਣ ਆਖਰੀ ਗੱਲ ਦੱਸਿਓ ਕਿ ਜਿਹੜੇ ਲੋਕ ਤੁਸੀਂ ਕਿਹਾ ਕਿ ਅਸੀਂ ਮੱਝਾਂ ਵੀ ਵੇਚਣੇ ਆ, ਜੀ ਜਿਹੜੇ ਲੋਕ ਸਾਡੀ ਵੀਡੀਓ ਸੁਣ ਰਹੇ ਨੇ ਔਰ ਉਹ ਮੱਝਾਂ ਖਰੀਦਣਾ ਚਾਹੁੰਦੇ ਨੇ, ਤੁਹਾਡੀਆਂ ਮਾਸ਼ਾਅੱਲਾ ਮਾਲ ਅੱਛਾ ਹੈ, ਤੁਸੀਂ ਵੇਚਦੇ ਵੀ ਹੋ, ਨੰਬਰ ਆਪਣਾ ਦੇ ਦਿਓ ਸਾਨੂੰ ਤਾਂ ਕਿ ਜਿਹੜਾ ਬੰਦਾ ਤੁਹਾਡੇ ਨਾਲ ਰਾਬਤਾ ਕਰਨਾ ਚਾਹੁੰਦਾ ਉਹ ਕਰ ਸਕੇ। ਹਾਂ ਠੀਕ ਹੈ, ਦੇ ਦਿਆਂਗੇ ਨੰਬਰ ਲੈ ਲੈ। ਜ਼ੁਬਾਨੀ ਆਂਦਾ? 0308 0308 6176 6176 867 867। ਹਾਂਜੀ। ਬਹੁਤ ਸ਼ੁਕਰੀਆ ਜਾਜੇ, ਤੁਸੀਂ ਬਹੁਤ ਮੁਫੀਦ ਮਾਲੂਮਾਤ ਦਿੱਤੀਆਂ ਨੇ। ਜਜ਼ਾਕੱਲਾ। अस्सलाम वालेकुम। ਵਾਲੇਕੁਮ ਸਲਾਮ।